ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 1857 ਈਸਵੀ ਦੀ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਕਰਦੇ ਨੇ। ਹਰ ਰੋਜ਼ ਇੱਕ ਨਿਯਮਬੱਧ ਨਿਤਨੇਮ ਭੈਣੀ ਸਾਹਿਬ ਦੀ ਇਸ ਧਰਤੀ 'ਤੇ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚ ਸਵੇਰੇ ਆਸਾ ਦੀ ਵਾਰ ਦਾ ਕੀਰਤਨ, ਸ਼ਾਮ ਦਾ ਕੀਰਤਨ, ਇਹਦੇ ਨਾਲ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਸਾਰੇ ਪਾਠੀਆਂ ਨੂੰ ਇਕੱਠਿਆਂ ਕਰਕੇ, ਸੰਗਤਾਂ ਨੂੰ ਇਕੱਠਿਆਂ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੁਧਾਈ ਦਾ ਵੀ ਕਾਰਜ ਜਿਹੜਾ ਹੈ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਚੱਲਦਾ ਹੈ। ਇਸੇ ਸਮੇਂ ਦੌਰਾਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਸ ਪਿੰਡ ਮਦੀਹਰ, ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਭਾਈ ਭੂਪ ਸਿੰਘ ਆਉਂਦਾ, ਜਿਹਦਾ ਦੂਸਰਾ ਨਾਮ ਅਸੀਂ ਭਾਈ ਰਾਏ ਸਿੰਘ ਆਖਦੇ ਹਾਂ। ਇਹ ਅੰਮ੍ਰਿਤਸਰ ਸਾਹਿਬ ਟਕਸਾਲ ਦਾ ਵਿਦਿਆਰਥੀ ਹੈ, ਸੰਥਿਆ ਲਈ ਹੋਈ ਹੈ, ਇਸਨੇ ਪੜ੍ਹਿਆ ਲਿਖਿਆ ਵਿਦਵਾਨ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਭਾਈ ਰਾਏ ਸਿੰਘ ਦੇ ਜਿੰਮੇ ਇੱਕ ਕਾਰਜ ਲਗਾਉਂਦੇ ਨੇ ਕਿ ਭਾਈ ਰਾਏ ਸਿੰਘ ਲਗਭਗ ਪੰਜਾਬ ਦੇ ਜਿਤਨੇ ਵੀ ਤਖਤ ਹਨ, ਪੰਜਾਬ ਦੇ ਜਿਤਨੇ ਵੀ ਡੇਰੇ ਹਨ, ਪੰਜਾਬ ਦੇ ਜਿੰਨੇ ਵੀ ਗੁਰਦੁਆਰੇ ਹਨ, ਉਹਨਾਂ ਸਾਰਿਆਂ ਦੀ ਮਰਿਆਦਾ ਵੇਖੀ ਹੈ। ਪਰ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਵੱਖਰੇ ਰੂਪ ਦੇ ਵਿੱਚ ਉਹਨਾਂ ਦੇ ਨਿਜ ਅਸਥਾਨ 'ਤੇ, ਜਿੱਥੇ ਲੰਮਾ ਸਮਾਂ ਉਹ ਬਤੌਰ ਸਰੀਰਕ ਤੌਰ ਦੇ ਉੱਤੇ ਕਿਰਪਾ ਕਰਦੇ ਰਹੇ, ਹਜੂਰ ਸਾਹਿਬ ਦੀ ਮਰਿਆਦਾ ਇਸ ਵਕਤ ਜਾ ਕੇ ਵੇਖਣੀ ਚਾਹੀਦੀ ਹੈ ਕਿ ਉੱਥੇ ਕਿਹੜੀ ਮਰਿਆਦਾ ਨੂੰ ਉਹ ਫੋਲੋ ਕਰ ਰਹੇ ਨੇ। ਭਾਈ ਰਾਏ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਪੈਦਲ ਯਾਤਰਾ ਕਰਦਾ ਹੋਇਆ ਹਜੂਰ ਸਾਹਿਬ ਦੀ ਧਰਤੀ ਵੱਲ ਨੂੰ ਜਾਂਦਾ ਹੈ। ਇਹ ਸਾਖੀ ਤੁਸੀਂ ਸਾਰਿਆਂ ਨੇ ਬਹੁਤ ਵਾਰੀ ਸੁਣੀ ਹੈ ਕਿ ਭੋਪਾਲ ਦਿਆਂ ਜੰਗਲਾਂ ਵਿੱਚ ਭਾਈ ਰਾਏ ਸਿੰਘ ਦਾ ਟਾਕਰਾ ਸ਼ੇਰ ਦੇ ਨਾਲ ਹੈ। ਸਾਹਮਣੇ ਸ਼ੇਰ ਆ ਕੇ ਖੜਾ ਹੁੰਦਾ ਹੈ। ਸ਼ੇਰ ਨੂੰ ਵੇਖ ਕੇ ਭਾਈ ਰਾਏ ਸਿੰਘ ਆਪਣੀਆਂ ਸੱਤੇ ਸੁੱਧਾਂ ਭੁੱਲ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਚਰਨਾਂ ਵਿੱਚ ਅੱਖਾਂ ਮੀਟ ਕੇ ਜੋਦੜੀ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਸ਼ੇਰ ਕੋਲੋਂ ਹੁਣ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ, ਇਸ ਨੇ ਮੈਨੂੰ ਦੌੜਨ ਵੀ ਨਹੀਂ ਦੇਣਾ, ਕਿਰਪਾ ਕਰੋ ਮੇਰੀ ਰੱਖਿਆ ਕਰੋ। ਆਪ ਜੀ ਕਾ ਬਚਨ ਮੰਨ ਕੇ ਮੈਂ ਤੁਰਿਆ, ਆਪ ਜੀ ਹੁਕਮ ਕੀਤਾ ਸੀ ਰਾਏ ਸਿੰਘਾ ਤੇਰੇ ਅੰਗ ਸੰਗ ਰਵਾਂਗੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ, ਅੱਖਾਂ ਬੰਦ ਨੇ। ਉਦੋਂ ਹੀ ਪਤਾ ਲੱਗਦਾ ਜਦੋਂ ਆਵਾਜ਼ ਆਉਂਦੀ ਹੈ, ਰਾਏ ਸਿੰਘਾ ਕਿਉਂ ਘਬਰਾਉਂਦਾ ਹੈ ਪਿਆ, ਇਹ ਵੀ ਸਿੰਘ ਹੈ ਤੇ ਤੂੰ ਵੀ ਸਿੰਘ ਹੈ। ਅੱਖਾਂ ਖੋਲ੍ਹਦਾ, ਸਾਹਮਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਖੜੇ ਨੇ, ਇਸ ਸ਼ੇਰ ਵੱਲ ਨੂੰ ਇਸ਼ਾਰਾ ਕਰਦੇ ਨੇ। ਉਹ ਜੰਗਲ ਵਿੱਚ ਚਲਿਆ ਜਾਂਦਾ। ਭਾਈ ਰਾਏ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀਆਂ ਚਰਨਾਂ 'ਤੇ ਮੱਥਾ ਟੇਕ ਕੇ ਆਪਣੇ ਰਸਤੇ ਵੱਲ ਨੂੰ ਤੁਰਦਾ ਹੈ। ਹਜ਼ੂਰ ਸਾਹਿਬ ਲਗਭਗ 3 ਮਹੀਨੇ ਤੋਂ ਵੱਧ ਸਮਾਂ ਭਾਈ ਰਾਏ ਸਿੰਘ ਜੀ ਰਹਿੰਦੇ ਨੇ। ਉੱਥੇ ਰੋਜ਼ ਗੁਰਬਾਣੀ ਦੀ ਕਥਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜਾਣ ਲੱਗਿਆਂ ਕੁਛ ਬਚਨ ਕੀਤੇ ਸਨ, ਹੁਕਮ ਕੀਤੇ ਸਨ ਇਸ ਭਾਈ ਰਾਏ ਸਿੰਘ ਨੂੰ, ਤੇ ਆਖਿਆ ਸੀ ਰਾਏ ਸਿੰਘਾ ਇੱਕ ਗੱਲ ਦਾ ਧਿਆਨ ਰੱਖੀ, ਗੁਰਬਾਣੀ ਦੀ ਕਥਾ ਕਰਨੀ ਹੈ ਪਰ ਭੇਟਾ ਨਹੀਂ ਲੈਣੀ। 300 ਰੁਪਏ ਤੋਂ ਵੱਧ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਇਸ ਭਾਈ ਰਾਏ ਸਿੰਘ ਨੂੰ ਭੇਟਾ ਮੱਥਾ ਟਿਕੀ, ਪਰ ਜਦੋਂ ਸਾਰੀ ਸੰਗਤਾਂ ਨੇ ਇਕੱਠਿਆਂ ਹੋ ਕੇ ਉਹ ਭੇਟਾ ਦਿੱਤੀ ਤੇ ਭਾਈ ਰਾਏ ਸਿੰਘ ਨੇ ਆਖਿਆ ਮੇਰੇ ਸਤਿਗੁਰੂ ਜੀ ਦਾ ਹੁਕਮ ਨਹੀਂ, ਇਸ ਕਰਕੇ ਮੈਂ ਲੈ ਨਹੀਂ ਸਕਦਾ। ਦੂਸਰਾ ਬਚਨ ਸੀ ਭਾਈ ਰਾਏ ਸਿੰਘਾ ਵੇਖੀ ਉੱਧਰ ਜਾ ਕੇ ਕਿਤੇ ਵਿਆਹ ਨਾ ਕਰਾ ਲਈ। ਤੀਸਰਾ ਬਚਨ ਸੀ ਭਾਈ ਰਾਏ ਸਿੰਘ ਉੱਥੇ ਜਿਹੜੀ ਮਰਿਆਦਾ ਚੱਲਦੀ ਹੋਵੇਗੀ ਉਸ ਨੂੰ ਲਿਖ ਕੇ ਲੈ ਕੇ ਆਉਣਾ ਲਿਖਤੀ ਰੂਪ ਵਿੱਚ। ਇਹ ਤਿੰਨੋਂ ਬਚਨਾਂ ਨੂੰ ਨਿਭਾਉਂਦਿਆਂ ਹੋਇਆਂ ਭਾਈ ਰਾਏ ਸਿੰਘ ਹੋਣੀ ਵਾਪਸ ਆਉਂਦੇ ਨੇ। ਰਸਤੇ ਦੇ ਵਿੱਚ ਫੇਰ ਇਸ ਤਰ੍ਹਾਂ ਦਾ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ, ਭੁੱਖ ਲੱਗੀ ਹੈ ਪਰ ਕੋਲ ਪੈਸੇ ਨਹੀਂ। ਅਰਜ਼ ਕਰਦੇ ਨੇ ਸੱਚੇ ਪਾਤਸ਼ਾਹ ਹੁਣ ਮੈਂ ਕੀ ਕਰਾਂ। ਪਾਣੀ ਪੀਣ ਲੱਗਦੇ ਨੇ, ਇੱਕ ਖੂਹ ਤੋਂ ਮੋਹਰਾਂ ਦੀ ਥੈਲੀ ਮਿਲਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ, ਥੈਲੀ ਨੂੰ ਵੇਖ ਕੇ ਮਨ ਵਿੱਚ ਇਹ ਨਹੀਂ ਆਉਂਦਾ ਵੀ ਰਾਏ ਸਿੰਘਾ ਵੀ ਇਹ ਤੈਨੂੰ ਪ੍ਰਾਪਤ ਹੋਈ ਹੈ, ਤੂੰ ਭੁੱਖਾ ਤੇ ਇਹਦੀ ਕੋਈ ਰਸਤ ਲੈ ਕੇ ਖਾ ਲੈ, ਨਹੀਂ। ਸੱਚੇ ਪਾਤਸ਼ਾਹ ਬਚਨ ਕਰਦੇ ਨੇ ਸਿੱਖ ਕੀ ਤੇ ਬੇਈਮਾਨੀ ਕੀ। ਸਤਿਗੁਰੂ ਦਾ ਸਿੱਖ ਹੋ ਕੇ ਬੇਈਮਾਨੀ ਨਹੀਂ ਕਰ ਸਕਦਾ। ਮਨ ਵਿੱਚ ਸੋਚਦੇ ਨੇ ਪਰਾਇਆ ਹੱਕ ਹੈ, ਮੇਰੇ ਪੈਸੇ ਨਹੀਂ। ਉਸ ਮੋਹਰਾਂ ਦੀ ਥੈਲੀ ਨੂੰ ਟੰਗ ਲੈਂਦੇ ਨੇ, ਇਸ ਕਰਕੇ ਵੀ ਜੇ ਕਿਸੇ ਦੀ ਹੋਏਗੀ ਤੇ ਉਹ ਆਪੇ ਮੰਗ ਲਵੇਗਾ। ਫੇਰ ਆਵਾਜ਼ ਆਉਂਦੀ ਹੈ ਰਾਏ ਸਿੰਘਾ ਤੂੰ ਆਖਦਾ ਸੈਂ ਮੈਂ ਭੁੱਖਾ ਵਾਂ, ਇਸ ਕਰਕੇ ਪੈਸੇ ਭੇਜੇ ਨੇ, ਤੇਰੇ ਵਰਤਣ ਵਾਸਤੇ ਨੇ, ਵਰਤ ਲੈ। ਉਹਨਾਂ
ਪੈਸਿਆਂ ਦੀ, ਉਹਨਾਂ ਮੋਹਰਾਂ ਦੇ ਰਸਤ ਲੈ ਕੇ ਪ੍ਰਸ਼ਾਦਾ ਪਾਣੀ ਛਕ ਕੇ ਵਾਪਸ ਭੈਣੀ ਸਾਹਿਬ ਆਉਂਦੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ। ਇਹੀ ਉਹ ਸਮਾਂ ਹੈ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਭ ਤੋਂ ਪਹਿਲਾ ਹੁਕਮਨਾਮਾ ਲਿਖਤੀ ਰੂਪ ਦੇ ਵਿੱਚ ਆਪਣਿਆਂ ਸਿੱਖਾਂ ਨੂੰ ਜਾਰੀ ਕਰਦੇ ਨੇ, ਜਿਸ ਨੂੰ ਅਸੀਂ ਰਹਿਤਨਾਮਾ ਕਹਿੰਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਰਹਿਤਨਾਮਾ ਲਿਖਿਆ, ਭੈਣੀ ਸਾਹਿਬ ਦੀ ਧਰਤੀ ਤੋਂ ਲਿਖਿਆ। ਇਸ ਰਹਿਤਨਾਮੇ ਦੇ ਵਿੱਚ ਉਸ ਵਕਤ ਦੇ ਜੋ ਨਿਯਮ ਇੱਕ ਖਾਲਸੇ ਨੂੰ ਜਾਂ ਨਾਮਧਾਰੀਆਂ ਨੂੰ ਜਾਂ ਸਿੱਖਾਂ ਨੂੰ ਨਿਭਾਉਣੇ ਚਾਹੀਦੇ ਨੇ, ਜਿਹਦੇ ਵਿੱਚ ਬਾਹਰੀ ਸ਼ਖਸੀ ਮਰਿਆਦਾ ਦਾ ਵੀ ਵਰਣਨ ਹੈ, ਤੇ ਇਹਦੇ ਨਾਲ ਨਾਲ ਜਿਹੜੇ ਧਰਮ ਦੇ ਗੁਣ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਉਹਨਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਤੁਸੀਂ ਢਾਲੋ। ਇਸ ਸਾਰੇ ਰਹਿਤਨਾਮੇ ਦਾ ਪਾਠ ਆਪ ਸਾਰੇ ਕਰਦੇ ਹੋ। ਜੋ ਜੋ ਮਰਿਆਦਾਵਾਂ ਜਿਸ ਤਰ੍ਹਾਂ ਦੀ ਰਹਿਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਰਹਿਤਨਾਮੇ ਵਿੱਚ ਸਾਨੂੰ ਸਾਰਿਆਂ ਨੂੰ ਬਖਸ਼ੀ। ਇਹਦੇ ਉੱਤੇ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਇਸ ਰਹਿਤਨਾਮੇ ਸੰਬੰਧੀ, ਪਰ ਮੈਂ ਇੱਕੋ ਗੱਲ ਦਾ ਜ਼ਿਕਰ ਕਰਾਂਗਾ ਸਿਰਫ ਇਸ ਰਹਿਤਨਾਮੇ ਵਿੱਚੋਂ। ਖਾਸ ਕਰਕੇ ਰਹਿਤਨਾਮੇ ਦੇ ਅਖੀਰ ਵਿੱਚ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ, ਲਿਖਿਆ ਹੈ ਲਿਖਤੀ ਰੂਪ ਵਿੱਚ, ਭਾਈ 15-16 ਬਰਸ ਤੇ ਘੱਟ ਕੋਈ ਨਾ ਕੁੜੀ ਵਿਆਹੇ। ਇਹ ਇੱਕ ਉਸ ਵਕਤ ਬੜਾ ਵੱਡਾ ਕ੍ਰਾਂਤੀਕਾਰੀ ਹੁਕਮ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ। ਜਦੋਂ ਅਸੀਂ ਭਾਰਤ ਦੀ ਜੁਡੀਸ਼ਰੀ ਵੱਲ ਵੇਖਦੇ ਹਾਂ, ਜਿਹੜੀ ਅੰਗਰੇਜ਼ਾਂ ਦੇ ਅਧੀਨ ਹੈ, ਬੇਸ਼ੱਕ ਉਸ ਵਕਤ 1929 ਵਿੱਚ ਪਹਿਲੀ ਵਾਰੀ ਇਹ ਭਾਰਤ ਦੀ ਸਰਕਾਰ ਜਾਂ ਅੰਗਰੇਜ਼ਾਂ ਦੀ ਸਰਕਾਰ ਦੁਆਰਾ ਇਹ ਲਾਅ ਪਾਸ ਹੁੰਦਾ ਹੈ ਕਿ 14 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਨਹੀਂ ਹੋ ਸਕਦਾ 1929 ਵਿੱਚ। ਔਰ ਚੇਤਾ ਰੱਖਣਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਗਭਗ 1860-62 ਦੇ ਲਗਭਗ ਰਹਿਤਨਾਮੇ ਦੇ ਵਿੱਚ ਇਹ ਜ਼ਿਕਰ ਕਰਦੇ ਨੇ, ਭਾਈ 15-16 ਬਰਸ ਤੇ ਘੱਟ ਕੋਈ ਨਾ ਕੁੜੀ ਵਿਆਹੇ। ਇਸ ਤੋਂ ਬਾਅਦ ਜਦੋਂ ਸੱਚੇ ਪਾਤਸ਼ਾਹ ਪ੍ਰਦੇਸ਼ ਗਮਨ ਕਰਦੇ ਨੇ, ਉੱਥੋਂ ਆਪਣੇ ਹੁਕਮਨਾਮੇ ਵਿੱਚ ਲਿਖਦੇ ਨੇ ਵੀ 18 ਸਾਲ ਤੋਂ ਘੱਟ ਨਹੀਂ ਕੁੜੀ ਵਿਆਹਣੀ। ਹੁਣ ਉਮਰ ਜਿਹੜੀ ਹੈ ਉਹ 15-16 ਦੀ ਬਜਾਏ 18 ਸਾਲ ਕਰ ਦਿੱਤੀ ਗਈ। ਪਰ ਜਦੋਂ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਵੇਖਦੇ ਹਾਂ ਤੇ 1978 ਵਿੱਚ ਇਹ ਲਾਅ ਪਾਸ ਹੁੰਦਾ ਹੈ ਵੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਸ਼ਾਦੀ ਨਹੀਂ ਕਰਨੀ। ਕਿੰਨੀ ਦੂਰ ਅੰਦੇਸ਼ੀ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ। ਸਮੁੱਚੇ ਭਾਰਤ ਵਿੱਚ ਬੜੇ ਬੜੇ ਵਿਦਵਾਨ ਹੋਣਗੇ, ਸਿਆਣੇ ਹੋਣਗੇ, ਵਕੀਲ ਹੋਣਗੇ, ਉਸ ਵਕਤ ਦੇ ਸਮਾਜਿਕ ਵਿਦਵਾਨ ਹੋਣਗੇ, ਧਾਰਮਿਕ ਆਗੂ ਹੋਣਗੇ, ਪਰ ਕਿਸੇ ਨੇ ਐਡਾ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਿਆ ਹੋਵੇ ਸਤਿਗੁਰੂ ਰਾਮ ਸਿੰਘ ਜੀ ਤੋਂ ਪਹਿਲਾਂ, ਇਹ ਸਾਡੇ ਦੇਖਣ ਵਿੱਚ ਨਹੀਂ ਆਉਂਦਾ। ਇੱਕ ਬੜਾ ਦੂਰ ਦਾ ਵਿਜ਼ਨ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ, ਜਿਹੜੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਆਪਣੀ ਸ਼ਾਦੀ ਉਹਨਾਂ ਦੀ 7 ਸਾਲ ਦੀ ਉਮਰ 'ਚ ਹੋ ਗਈ ਹੈ, ਇਸ ਕਰਕੇ ਜਾਣਦੇ ਨੇ ਵੀ ਬਾਲ ਵਿਵਾਹ ਫਿਜ਼ੀਕਲੀ ਔਰ ਮੈਂਟਲੀ ਤੌਰ ਦੇ ਉੱਤੇ ਕਿਸ ਤਰ੍ਹਾਂ ਕਿਸੇ ਦੇ ਵੀ ਮਾਨਸਿਕ ਪੱਧਰ ਨੂੰ ਔਰ ਸਰੀਰਕ ਪੱਧਰ ਨੂੰ ਕਿਸ ਤਰ੍ਹਾਂ ਉਹ ਪ੍ਰਭਾਵਿਤ ਕਰਦਾ ਹੈ। ਇੰਨੀ ਪ੍ਰੌੜਤਾ ਨਹੀਂ ਹੁੰਦੀ ਉਸ ਉਮਰ ਦੇ ਵਿੱਚ ਕਿ ਤੁਸੀਂ 5, 7, 10, 12 ਸਾਲ ਦੀ ਜਾਂ 13, 14 ਸਾਲ ਦੀ ਲੜਕੀ ਦਾ ਵਿਆਹ ਕਰ ਦੇਵੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਇੱਕ ਬੜਾ ਖਾਸ ਹੁਕਮ ਆਪਣਿਆਂ ਸਿੱਖਾਂ ਨੂੰ ਜਾਰੀ ਕਰਦੇ ਨੇ, ਔਰ ਉਸ ਹੁਕਮ ਦੇ ਉੱਤੇ ਜਦੋਂ ਅਸੀਂ ਧਿਆਨ ਨਾਲ ਨਿਗਾਹ ਮਾਰਦੇ ਹਾਂ ਤੇ ਫਿਰ ਮਾਣ ਮਹਿਸੂਸ ਹੁੰਦਾ ਸਾਨੂੰ ਕਿ ਭਾਰਤ ਦੀ ਸੰਵਿਧਾਨ ਨੇ ਜਿਸ ਕਾਨੂੰਨ ਨੂੰ ਸੈਂਕੜੇ ਸਾਲ ਬਾਅਦ ਮੰਨਿਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 100 ਸਾਲ ਪਹਿਲਾਂ ਆਪਣਿਆਂ ਸਿੱਖਾਂ ਵਿੱਚ ਜਾਰੀ ਕਰਦੇ ਨੇ। ਇਹੀ ਉਹ ਸਮਾਂ ਹੈ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਗਭਗ 1860 ਦੇ ਕਰੀਬ ਭੈਣੀ ਸਾਹਿਬ ਦੀ ਧਰਤੀ ਤੇ ਸਦਾਵਰਤ ਲੰਗਰ ਚਾਲੂ ਕਰਦੇ ਨੇ। ਬੇਸ਼ੱਕ ਲੰਗਰ ਦੀ ਪ੍ਰਥਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਚੱਲਦੀ ਆ ਰਹੀ ਹੈ, ਪਰ ਸਾਨੂੰ ਇਹ ਗੱਲ ਵਿਚਾਰਨੀ ਪਵੇਗੀ, ਇਤਿਹਾਸ ਦੇ ਪੰਨਿਆਂ ਵਿੱਚੋਂ ਵੇਖਣੀ ਪਵੇਗੀ ਕਿ ਹਰ ਗੁਰੂ ਸਾਹਿਬਾਨ ਦੇ ਸਮੇਂ ਕੁਛ ਨਾ ਕੁਛ ਪਰਿਵਰਤਨ ਹੁੰਦਾ ਰਿਹਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚ ਵੀ ਲੰਗਰ ਵਰਤਦਾ ਹੈ। ਗੁਰਬਾਣੀ ਵਿੱਚ ਪਾਠ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਇਸ ਪੰਕਤੀ ਦੇ ਵਿੱਚ ਜੋ ਜਨ ਸ਼ਬਦ ਆਇਆ ਉਹ ਫਾਰਸੀ ਦਾ ਸ਼ਬਦ ਹੈ ਜ਼ਨ, ਜਿਹਦਾ ਭਾਵ ਹੈ ਇਸਤਰੀ। ਜਦੋਂ ਆਪਾਂ ਇਹਦਾ ਅਰਥ ਕਰਾਂਗੇ ਬਲਵੰਡ ਖੀਵੀ ਨੇਕ ਜਨ, ਜਨ ਨਹੀਂ ਜ਼ਨ ਪਾਠ ਹੋਵੇਗਾ, ਭਾਵ ਇਸਤਰੀ, ਨੇਕ ਇਸਤਰੀ ਹੈ। ਉਹ ਲੰਗਰ ਵਰਤਾਉਂਦੇ ਨੇ, ਲੰਗਰ 'ਚ ਸੇਵਾ ਕਰਦੇ ਨੇ, ਪਰ
ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਉਂਦਾ ਤੇ ਸਤਿਗੁਰੂ ਜੀ ਇਹ ਹੁਕਮ ਕਰਦੇ ਨੇ, ਪਹਿਲਾਂ ਲੰਗਰ ਪਾਛੇ ਸੰਗਤ, ਪਹਿਲਾਂ ਪੰਗਤ। ਭਾਵ ਜਿਹੜਾ ਸਿੱਖ ਆਵੇ ਉਹ ਪਹਿਲਾਂ ਲੰਗਰ ਛਕੇ ਫਿਰ ਆ ਕੇ ਦਰਸ਼ਨ ਕਰੇ। ਇਹ ਇੱਕ ਵੱਖਰੇ ਤਰ੍ਹਾਂ ਦਾ ਹੁਕਮ ਹੋ ਗਿਆ। ਔਰ ਸਾਰੇ ਇਤਿਹਾਸ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਇਹ ਦੇਖਣ ਵਿੱਚ ਆਉਂਦਾ ਕਿ ਲੰਗਰ ਦਾ ਇੱਕ ਸੀਮਿਤ ਸਮਾਂ ਹੁੰਦਾ ਸੀ। ਪੁਰਾਣੇ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹਦੇ ਹਾਂ, ਸੂਰਜ ਪ੍ਰਕਾਸ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਵੀ ਲੰਗਰ ਦਾ ਇੱਕ ਸੀਮਤ ਸਮਾਂ ਹੁੰਦਾ ਸੀ। ਰਾਤ ਨੂੰ ਲੰਗਰੀ ਸਾਰੇ ਭਾਂਡੇ ਟੀਂਡੇ ਆਪਣੇ ਸਾਂਭ ਕੇ ਬਚਿਆ ਹੋਇਆ ਜਿਹੜਾ ਲੰਗਰ ਹੁੰਦਾ ਸੀ ਉਸ ਨੂੰ ਜਾ ਕੇ ਝੁੱਗੀਆਂ ਵਿੱਚ ਜਾਂ ਜਿਹੜੀਆਂ ਪਿੰਡ ਦੀਆਂ ਨੀਵੀਆਂ ਜਾਤਾਂ ਦੀਆਂ ਥਾਵਾਂ ਹੁੰਦੀਆਂ ਸਨ, ਘਰ ਹੁੰਦੇ ਸਨ, ਉੱਥੇ ਜਾ ਕੇ ਵਰਤਾ ਆਉਂਦੇ ਸਨ। ਭਾਵ ਸਦਾ ਵਰਤ ਜੋ ਲੰਗਰ 24 ਘੰਟੇ ਚੱਲਣਾ ਹੈ, ਇਹ ਪਿਛਲੇ ਗੁਰੂ ਸਾਹਿਬਾਨਾਂ ਦੇ ਸਮੇਂ ਇਸ ਤਰ੍ਹਾਂ ਦੀ ਮਰਿਆਦਾ ਜਾਂ ਇਤਿਹਾਸ ਵਿੱਚੋਂ ਸਾਨੂੰ ਨਹੀਂ ਮਿਲਦਾ। ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਲੰਗਰ ਬੇਸ਼ੱਕ ਚੱਲਦਾ ਸੀ, ਪਰ 1860 ਦੇ ਵਿੱਚ ਕਾਲ ਪੈਂਦਾ ਹੈ ਔਰ ਲੋਕ ਭੁੱਖੇ ਮਰਦੇ ਹੋਏ ਨੇ। ਉਸ ਵਕਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਦਾਵਰਤ ਲੰਗਰ ਇੱਥੇ ਸ਼ੁਰੂ ਕਰਦੇ ਨੇ, ਜਿਹਦੇ ਵਿੱਚ ਖਾਸ ਇਹ ਹੁਕਮ ਸੀ ਕਿ ਭਾਈ 24 ਘੰਟੇ ਇਹ ਲੰਗਰ ਚੱਲੇਗਾ। ਇਸ ਦਾ ਕੋਈ ਸਮਾਂ ਨਿਯਤ ਨਹੀਂ ਹੋਵੇਗਾ ਵੀ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਹੋਵੇਗਾ। ਜੇ ਕੋਈ ਰਾਤ 12 ਵਜੇ ਆ ਜਾਵੇ, 1 ਵਜੇ ਆ ਜਾਵੇ, ਉਹਨੂੰ ਵੀ ਪ੍ਰਸ਼ਾਦਾ ਮਿਲੇ। ਔਰ ਇਤਨਾ ਕਰੜਾ ਹੁਕਮ ਕੀਤਾ ਲੰਗਰ ਦੀ ਇਹ ਸੇਵਾ ਪ੍ਰਤੀ। ਭਾਈ ਕਿਸੇ ਨੇ ਹੱਥ ਵਿੱਚ ਛੁਰੀ ਪਕੜੀ ਹੋਵੇ, ਗਊ ਕਤਲ ਕਰਕੇ ਆਇਆ ਹੋਵੇ, ਬੁੱਚੜ ਹੋਵੇ, ਖੂਨ ਚੋਂਦਾ ਹੋਵੇ, ਖੂਨ ਨਾਲ ਕੱਪੜੇ ਲਿਬੜੇ ਹੋਏ ਹੋਣ, ਤੁਹਾਡੇ ਦਰ ਤੇ ਆ ਕੇ ਜੇ ਪ੍ਰਸ਼ਾਦਾ ਮੰਗੇ, ਤੁਸੀਂ ਪ੍ਰਸ਼ਾਦਾ ਨਹੀਂ ਦਿੰਦੇ, ਕਦੀ ਬਖਸ਼ੇ ਨਾ ਜਾਓਗੇ। ਭਾਵ ਸੇਵਾ ਦੇ ਇਸ ਸੰਕਲਪ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਡਿਫਾਈਨ ਕਰਦੇ ਨੇ ਪਏ ਕਿ ਜਦੋਂ ਸੇਵਾ ਕਰਨੀ ਹੈ ਉਦੋਂ ਵਿਤਕਰਾ ਕੋਈ ਨਹੀਂ, ਸੇਵਾ ਕਰਦਿਆਂ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਇਹ ਬਚਨ ਕੀਤਾ ਭਾਈ ਸੇਵਾ ਹਰ ਭੇਖ ਦੀ ਕਰਨੀ, ਨਿੰਦਾ ਕਰਨ ਵਾਲੇ ਕੀ ਵੀ ਸੇਵਾ ਕਰਨੀ, ਨਿੰਦਾ ਕਰਨ ਵਾਲੇ ਨੂੰ ਨਿੰਦਿਆ ਦਾ ਫਲ, ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਸੇਵਾ ਦਾ ਸੰਕਲਪ ਸ਼ੁਰੂ ਕਰਦੇ ਨੇ ਪਏ। ਇਹ ਵੀ ਲਗਭਗ ਇਹਨਾਂ ਸਮਿਆਂ ਦੇ ਵਿੱਚ ਹੀ ਇੱਕ ਵੱਡਾ ਕਾਰਜ ਜਿਹੜਾ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਸ਼ੁਰੂ ਕੀਤਾ। ਇਸ ਤੋਂ ਬਾਅਦ ਦੇ ਇਤਿਹਾਸ ਦੇ ਕੁਝ ਪੱਤਰੇ ਜਿਹੜੇ ਨੇ ਉਹ ਆਪ ਸਾਰਿਆਂ ਨੇ ਸ਼ਰਵਣ ਕੀਤੇ। ਸਤਿਗੁਰੂ ਜੀ ਅਰਧ ਕੁੰਭੀ ਦੇ ਮੇਲੇ ਤੇ ਜਾਂਦੇ ਨੇ, ਫਿਰ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਉਸ ਵਕਤ ਵਾਪਸੀ ਤੇ ਆਉਂਦਿਆਂ ਹੋਇਆਂ ਜੋ ਕੱਲ ਤੱਕ ਦਾ ਆਪਨੇ ਇਤਿਹਾਸ ਸੁਣਿਆ ਸੀ, ਪਸਰੂਰ ਦੇ ਇਲਾਕੇ ਵਿੱਚੋਂ ਲੰਘਦੇ ਨੇ। ਪਸਰੂਰ ਜ਼ਿਲ੍ਹਾ ਸਿਆਲਕੋਟ ਦਾ ਹੀ ਇੱਕ ਪ੍ਰਾਂਤ ਹੈ, ਨਗਰ ਹੈ, ਉਸ ਇਲਾਕੇ ਵਿੱਚੋਂ ਲੰਘਦੇ ਨੇ ਤੇ ਇਸ ਇਲਾਕੇ ਵਿੱਚੋਂ ਹੁੰਦਿਆਂ ਉੱਗੂ ਚੱਕ ਆਉਂਦੇ ਨੇ। ਉੱਗੂ ਚੱਕ ਉਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੱਪ ਹੁੰਦੇ ਸਨ, ਲੋਕਾਂ ਦਾ ਰਹਿਣਾ ਬਹੁਤ ਔਖਾ ਸੀ ਔਰ ਖਾਸ ਕਰਕੇ ਮਾਰ ਪੈਂਦੀ ਸੀ ਪਾਣੀ ਦੀ। ਜਦੋਂ ਬਰਸਾਤ ਆ ਜਾਂਦੀ ਸੀ ਉਦੋਂ ਹੀ ਪਾਣੀ ਦੀ ਮਾਰ ਪੈ ਜਾਂਦੀ ਸੀ। ਅਰਜ਼ ਕੀਤੀ ਇੱਥੋਂ ਦੇ ਬਾਬਾ ਗੰਡਾ ਸਿੰਘ ਹੋਣਾ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਹਰ ਸਾਲ ਅਸੀਂ ਪਾਣੀ ਦੀ ਇਸ ਮਾਰ ਨਾਲ ਮਰਦੇ ਹਾਂ, ਸੱਪ ਬਹੁਤ ਨੇ ਇੱਥੇ, ਕਿਰਪਾ ਕਰੋ ਤੇ ਸਾਡੀ ਇਹਦੇ ਤੋਂ ਖਲਾਸੀ ਹੋਵੇ। ਇੱਕ ਨੀਵੀਂ ਜੀ ਥਾਂ ਸੀ ਜਿਸ ਥਾਂ ਤੇ ਪਾਣੀ ਦੀ ਮਾਰ ਨਹੀਂ ਸੀ। ਸਤਿਗੁਰੂ ਜੀ ਹੁਕਮ ਕੀਤਾ, ਉੱਥੇ ਬਹਿ ਕੇ ਭਜਨ ਕੀਤਾ। ਜਿੰਨੇ ਦਿਨ ਰਹੇ ਉੱਥੇ ਬਹਿ ਕੇ ਭਜਨ ਕਰਦੇ ਰਹੇ ਤੇ ਨਾਲ ਆਖਿਆ ਗੰਡਾ ਸਿੰਘਾ ਇਸ ਥਾਂ ਦੇ ਉੱਤੇ ਪਿੰਡ ਜਿਹੜਾ ਹੈ ਉਹ ਬੰਨ ਲਵੋ, ਇਸ ਥਾਂ ਤੇ ਆਪਣੇ ਘਰ ਪਾ ਲਵੋ। ਉਹਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਥੇ ਤੇ ਸੱਪ ਬੜੇ ਨੇ, ਰਹਿਣ ਨਹੀਂ ਦੇਣਗੇ। ਹੁਕਮ ਕੀਤਾ, ਭਾਈ ਇਹਦਾ ਨਾਮ ਅੱਜ ਤੋਂ ਗੁਰੂਸਰ ਹੋਇਆ, ਇਹ ਸੱਪ ਵੀ ਡੱਡੀਆਂ ਮੱਛੀਆਂ ਬਣ ਜਾਣਗੇ। ਉਸ ਭਾਈ ਗੰਡਾ ਸਿੰਘ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਭ ਤੋਂ ਪਹਿਲਾਂ ਆਪਣਾ ਘਰ ਜਿਹੜਾ ਸੀ ਉਸ ਥਾਂ ਤੇ ਆ ਕੇ ਬਣਾਇਆ। ਤੇ ਇਤਿਹਾਸਕਾਰ ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਸਮਾਂ ਪਾ ਕੇ ਉੱਥੇ ਸੱਪ ਵੀ ਨਾ ਰਹੇ ਤੇ ਇੱਕ ਵੱਖਰਾ ਪਿੰਡ ਜਿਹੜਾ ਸੀ ਉੱਥੇ ਵੱਜ ਗਿਆ। ਇਸ ਬਾਬਾ ਗੰਡਾ ਸਿੰਘ ਨੇ ਇੱਕ ਖੂਹੀ ਲਗਾਈ, ਇੱਥੇ ਪ੍ਰਚਾਰ ਵੀ ਹੁੰਦਾ ਰਿਹਾ। ਇਸ ਉੱਗੂ ਚੱਕ ਦਾ ਨਾਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਗੁਰੂਸਰ ਹੋਇਆ। ਸਤਿਗੁਰੂ ਜੀ ਇੱਥੋਂ ਹੁੰਦਿਆਂ ਹੋਇਆਂ ਸੰਗਤਾਂ ਨਾਲ ਨੇ ਕਰਤਾਰਪੁਰ ਸਾਹਿਬ ਆਉਂਦੇ ਨੇ, ਜਿੱਥੇ ਲੰਮਾ ਸਮਾਂ ਵੱਖ-ਵੱਖ ਸਮੇਂ ਤੇ ਸਾਡੇ ਗੁਰੂ ਸਾਹਿਬਾਨ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਇਸ ਥਾਂ ਤੇ ਆ ਕੇ ਰਾਤ ਬਤੀਤ ਕਰਦੇ ਨੇ। ਇੱਕ ਸਿੱਖਾਂ ਦੇ ਵਿੱਚੋਂ ਹੀ ਇੱਕ ਮੁਸਟੰਡਾ ਇਸ ਤਰ੍ਹਾਂ ਦਾ, ਸੰਤੋਖ ਸਿੰਘ ਜੀ ਉਹਦਾ ਜ਼ਿਕਰ ਕਰਦੇ ਨੇ ਵੀ ਉਹ
ਉਸ ਵਕਤ ਕੁੜੀਆਂ ਨੂੰ ਛੇੜਦਾ, ਛੇੜਖਾਨੀ ਕਰਦਾ, ਕੁਝ ਸ਼ਬਦ ਇਸ ਤਰ੍ਹਾਂ ਦੇ ਵਰਤਦਾ। ਬੀਬੀ ਦਇਆ ਕੌਰ ਜੀ ਸਤਿਗੁਰੂ ਰਾਮ ਸਿੰਘ ਜੀ ਦੀ ਜੋ ਸਪੁੱਤਰੀ ਨੇ ਉਸ ਨੂੰ ਵਾਹਵਾ ਤਾੜਨਾ ਕਰਦੇ ਨੇ, ਉਸ ਨੂੰ ਬੋਲ ਕਬੋਲ ਬੋਲਦੇ ਨੇ, ਉਹ ਚਲਾ ਜਾਂਦਾ। ਦਿਨ ਚੜ੍ਹਦਿਆਂ ਨੂੰ ਸਤਿਗੁਰੂ ਜੀ ਨੂੰ ਅਰਜ਼ ਹੁੰਦੀ ਹੈ, ਸੱਚੇ ਪਾਤਸ਼ਾਹ ਰਾਤ ਉਹ ਫਲਾਣਾ ਸਿੰਘ ਜਿਹੜਾ ਹੈ ਇਸ ਤਰ੍ਹਾਂ ਦਾ ਕੰਮ ਕਰਦਾ ਸੀ, ਇਹ ਕਰਮ ਸੀ ਉਸ ਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਸੁੱਧ ਸਿੰਘ ਹੋਣਾ ਨੂੰ ਬੜੇ ਗੁੱਸੇ ਦੇ ਵਿੱਚ ਆਣ ਕੇ ਕਹਿੰਦੇ ਨੇ, ਭਾਈ ਜੀ ਇਸ ਨੂੰ ਧੱਕੇ ਮਾਰ ਕੇ ਕੱਢ ਦਿਓ, ਤੈਨੂੰ ਸੰਗਤ ਵਿੱਚ ਨਹੀਂ ਵੜਨ ਦੇਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦਾ ਇਹ ਕੈਰੈਕਟਰ ਬਣਾਉਣਾ ਚਾਹੁੰਦੇ ਨੇ ਵੀ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਤੁਹਾਡਾ ਜੋ ਨਜ਼ਰੀਆ ਹੈ ਦੇਖਣ ਦਾ ਉਹ ਇਸ ਤਰ੍ਹਾਂ ਦਾ ਹੋਵੇ, ਜੇ ਤੁਹਾਡੇ ਤੋਂ ਛੋਟੀ ਉਮਰ ਦੀ ਹੈ ਤੁਹਾਨੂੰ ਆਪਣੀ ਧੀ ਜਾਪੇ, ਜੇ ਤੁਹਾਡੇ ਬਰਾਬਰ ਦੀ ਹੈ ਭੈਣ ਜਾਪੇ, ਤੁਹਾਡੇ ਤੋਂ ਵੱਡੀ ਹੈ ਉਹ ਤੁਹਾਡੀ ਮਾਂ ਜਾਪੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਭਾਈ ਗੁਰਦਾਸ ਜੀ ਲਿਖਦੇ ਨੇ। ਇੱਥੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਤਾਰਪੁਰ ਰਹਿੰਦੇ ਨੇ, ਕਰਤਾਰਪੁਰ ਤੋਂ ਮੁਠੱਡੇ ਆਉਂਦੇ ਨੇ, ਵਾਇਆ ਇਹ ਹੁੰਦਿਆਂ ਹੋਇਆਂ ਵਾਪਸ ਭੈਣੀ ਸਾਹਿਬ ਆਉਂਦੇ ਨੇ। ਭੈਣੀ ਸਾਹਿਬ ਆ ਕੇ ਜੋ ਪ੍ਰੋਗਰਾਮ ਸਤਿਗੁਰੂ ਜੀ ਦੇ ਬਣਦੇ ਨੇ, ਇਹੀ 1863 ਦਾ ਸਮਾਂ ਹੈ ਜਦੋਂ ਸਭ ਤੋਂ ਪਹਿਲੀ ਵਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਗਰੇਜ਼ਾਂ ਦੀਆਂ ਨਜ਼ਰਾਂ ਵਿੱਚ ਆਉਂਦੇ ਨੇ। ਇੱਕ ਬੜੀ ਖਾਸ ਗੱਲ ਹੈ, ਇਹਦੇ ਆਉਣ ਵਾਲੇ ਸਮਿਆਂ ਵਿੱਚ 1863 ਵਿੱਚ ਕੀ ਹੁੰਦਾ ਹੈ ਅਸੀਂ ਇਹਦਾ ਜ਼ਿਕਰ ਕਰਾਂਗੇ। ਖਾਸ ਗੱਲ ਇਹ ਹੈ ਵੀ ਪਹਿਲੀ ਵਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਜਿਹੜਾ ਦੌਰਾ ਕੱਢਿਆ, ਇਸ ਦੌਰੇ ਦੇ ਕੱਢਦਿਆਂ ਹੋਇਆਂ ਵਾਪਸੀ ਭੈਣੀ ਸਾਹਿਬ ਆਉਂਦਿਆਂ ਇਸ ਤਰ੍ਹਾਂ ਦਾ ਵਰਤਾਰਾ ਵਰਤਾਇਆ ਭਈ ਜਿੱਥੋਂ ਵੀ ਲੰਘਣਾ ਕਿਸੇ ਦੇ ਹੱਥ ਵਿੱਚ ਹੁੱਕਾ ਵੇਖ ਲੈਣਾ, ਕਿਸੇ ਸਿੱਖ ਨੇ ਵੀ ਵੇਖ ਲੈਣਾ ਤੇ ਉਹਨਾਂ ਨੇ ਹੁੱਕਾ ਭੰਨ ਦੇਣਾ। ਬਾਰ-ਬਾਰ ਇਹ ਅਰਜ਼ੀਆਂ ਜਿਹੜੀਆਂ ਸਨ ਉਹ ਥਾਣਿਆਂ ਵਿੱਚ ਹੁੰਦੀਆਂ ਸਨ ਵੀ ਇੱਕ ਕੋਈ ਚਿੱਟੇ ਕੱਪੜੇ ਵਾਲਿਆਂ ਦਾ ਪੰਥ ਜਿਹੜਾ ਹੈ ਉਹ ਦਲ ਲੰਘਦਾ ਹੈ, ਜਿਸ ਰਾਹ ਤੋਂ ਲੰਘਦਾ ਹੈ ਉਸ ਰਾਹ ਦੇ ਵਿੱਚ ਉਹ ਮਾਰ ਕੁਟਾਈ ਕਰਦੇ ਨੇ। ਔਰ ਬੜਿਆਂ ਥਾਵਾਂ ਤੇ ਮਾਰ ਕੁਟਾਈ ਹੋਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਵਰਤਾਰਾ ਇਸ ਕਰਕੇ ਵਰਤਾ ਰਹੇ ਨੇ ਕਿਉਂਕਿ ਲੋਕਾਂ ਦੇ ਅੰਦਰ ਇਹ ਨਸ਼ਾ ਜੋ ਤਮਾਕੂ ਦਾ ਜਾਂ ਜੋ ਹੁੱਕੇ ਦਾ ਹੈ ਉਹ ਇੰਨਾ ਘਰ ਘਰ ਚੁੱਕਾ, ਸਾਲਾਂ ਬੱਧੀ ਤੋਂ ਲੋਕ ਪੀ ਰਹੇ ਨੇ ਵੀ ਉਹ ਪਿਆਰ ਨਾਲ ਸਮਝਾਇਆ ਮੰਨਦੇ ਨਹੀਂ। ਤੋ ਸੱਚੇ ਪਾਤਸ਼ਾਹ ਪਹਿਲਾਂ ਪਿਆਰ ਨਾਲ ਸਮਝਾਉਂਦੇ ਨੇ, ਜੇ ਪਿਆਰ ਨਾਲ ਨਹੀਂ ਕੋਈ ਮੰਨਦਾ ਤੇ ਫਿਰ ਜ਼ਬਰਦਸਤੀ ਵੀ ਕਰਦੇ ਨੇ, ਮਾਰ ਕੁੱਟ ਵੀ ਕਰਦੇ ਨੇ। ਉਹਦਾ ਕਾਰਨ ਇਹ ਹੈ ਭਈ ਕਿਸੇ ਤਰੀਕੇ ਇਹ ਜੋ ਸਮਾਜ ਦੇ ਵਿੱਚ ਇੱਕ ਕੁਰੀਤੀ ਆ ਚੁੱਕੀ ਹੈ, ਇਹਨੂੰ ਅਸੀਂ ਖਤਮ ਕਰਨਾ ਹੈ। ਤੋ ਬਾਰ-ਬਾਰ ਇਹ ਸ਼ਿਕਾਇਤਾਂ ਜਿਹੜੀਆਂ ਨੇ ਉਹ ਥਾਣਿਆਂ ਵਿੱਚ ਹੁੰਦੀਆਂ ਨੇ। ਉਹ ਥਾਣਿਆਂ ਦੀਆਂ ਸ਼ਿਕਾਇਤਾਂ ਜਿਹੜੀਆਂ ਸਨ ਉਸ ਵਕਤ ਪੂਰੇ ਪੰਜਾਬ ਦੇ ਵਿੱਚ ਜਦੋਂ ਹੋਈਆਂ ਤੇ ਅੰਗਰੇਜ਼ਾਂ ਦਾ ਧਿਆਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੱਲ ਉਸ ਵਕਤ ਕੇਂਦਰਿਤ ਹੋਇਆ ਵੀ ਕੌਣ ਐਸਾ ਵਿਅਕਤੀ ਹੈ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਸਭ ਤੋਂ ਪਹਿਲੀ ਰਿਪੋਰਟ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਬਤ ਜੇ ਇੱਕ ਵੱਡੇ ਪੈਮਾਨੇ ਦੇ ਉੱਤੇ ਮਿਸਟਰ ਮੈਕਨਬ ਜੋ ਡਿਪਟੀ ਕਮਿਸ਼ਨਰ ਹੈ ਉਹ ਲਿਖਦਾ ਹੈ ਪੰਜਾਬ ਸਰਕਾਰ ਨੂੰ, ਜਿਹਦੇ ਵਿੱਚ ਉਹ ਸਿਰਫ ਇੰਨਾ ਕੁ ਜ਼ਿਕਰ ਕਰਦਾ ਭਈ ਇੱਕ ਰਾਮ ਸਿੰਘ ਨਾਮ ਦਾ ਵਿਅਕਤੀ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ 200 ਕੁ ਬੰਦੇ ਆਪਣੇ ਨਾਲ ਲੈ ਕੇ ਤੇ ਥਾਂ-ਥਾਂ ਤੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਹੈ। ਉਹਦਾ ਪ੍ਰਚਾਰ ਬਾਗੀਆਨਾ ਹੈ ਤੇ ਉਹਦੇ ਵੱਲ ਧਿਆਨ ਰੱਖਣਾ ਚਾਹੀਦਾ ਹੈ। ਇੱਥੋਂ ਲੈ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਫਿਰ ਉੱਥੇ ਹੀ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਅੰਗਰੇਜ਼ ਦੇ ਵੱਲੋਂ ਲਿਖੀਆਂ ਜਾਂਦੀਆਂ ਨੇ, ਜਿਹੜੀ ਔਨ ਰਿਕਾਰਡ ਸਾਨੂੰ ਮਿਲਦੀਆਂ ਨੇ। 1863 ਵਿੱਚ ਇੱਕ ਵੱਡੇ ਕਾਰਜ ਕ੍ਰਾਂਤੀਕਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ, ਉਹ ਆਉਣ ਵਾਲਿਆਂ ਸਮਿਆਂ ਵਿੱਚ ਅਸੀਂ ਜ਼ਿਕਰ ਉਹਦਾ ਸੁਣਾਂਗੇ। ਮੈਂ ਖਿਮਾ ਮੰਗਣਾ। ਧੰਨਵਾਦ। ਸਤਿ ਸ੍ਰੀ ਅਕਾਲ।